ਦੋਸਤੋ ਅੱਜ ਦਾ ਸ਼ੀਰਸ਼ਕ ਹੈਗਾ ਕਿ ਈਸੀਏ ਕੀ ਚੀਜ਼ ਹੈ ਤੇ ਅੱਗੋਂ ਉਹਦੀਆਂ ਟਾਈਪਸ ਕੀ ਹੈ, ਨੈਣੀ ਦੇ ਵਿੱਚ ਉਹਦਾ ਕੀ ਰੋਲ ਹੈਗਾ, ਇਹਦੇ ਬਾਰੇ ਆਪਾਂ ਪੜਾਂਗੇ, ਅਧਿਐਨ ਕਰਾਂਗੇ। ਤੇ ਵੈਸ ਕੀ ਹੈ? ਈਸੀਏ ਨੂੰ ਵੈਸ ਦਾ ਸਿਨੋਨੀਅਮ ਸਮਝਣਾ ਗਲਤ ਹੋਏਗਾ। ਈਸੀਏ ਦਾ ਮਤਲਬ ਹੈ ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ। ਜਿਵੇਂ ਤੁਸੀਂ ਕਿਸੇ ਨੂੰ ਕਹੋ ਕਿ ਮੈਨੂੰ ਮੋਬਾਈਲ ਚਾਹੀਦਾ, ਹੁਣ ਮੋਬਾਈਲ ਡਿਪੈਂਡ ਕਰਦਾ ਹੈ ਕਿ ਏ ਕੰਪਨੀ ਦਾ ਚਾਹੀਦਾ, ਬੀ ਦਾ ਚਾਹੀਦਾ, ਸੀ ਦਾ ਚਾਹੀਦਾ, ਡੀ ਦਾ ਚਾਹੀਦਾ, ਈ ਦਾ ਚਾਹੀਦਾ, ਸੈਮਸੰਗ ਦਾ ਚਾਹੀਦਾ ਜਾਂ ਨੋਕੀਆ ਦਾ ਚਾਹੀਦਾ। ਇਸ ਤਰ੍ਹਾਂ ਹੀ ਈਸੀਏ ਜਦੋਂ ਆਪਾਂ ਕਹਿੰਦੇ ਹਾਂ ਤਾਂ ਈਸੀਏ ਦਾ ਮਤਲਬ ਹਰਗਿਜ਼ ਵੀ ਵੈਸ ਨਹੀਂ ਹੁੰਦਾ ਜਾਂ ਆਈਕਾਸ ਨਹੀਂ ਹੁੰਦਾ। ਅੱਗੋਂ 5 ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਈਸੀਏ ਕਰਦੀਆਂ ਹੈਗੀਆਂ, ਤਾਂ ਉਹਨਾਂ ਵਿੱਚੋਂ ਇੱਕ ਵੈਸ ਹੈ, ਵਰਲਡ ਐਜੂਕੇਸ਼ਨ ਸਰਵਿਸਿਜ਼। ਦੂਸਰੀ ਇੰਟਰਨੈਸ਼ਨਲ ਕੁਆਲੀਫਿਕੇਸ਼ਨ ਅਸੈਸਮੈਂਟ ਸਰਵਿਸ ਆਈਕਾਸ ਹੈ। ਤੀਸਰੀ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਐਵੈਲੂਏਸ਼ਨ ਸਰਵਿਸ ICES ਹੈ। ਚੌਥੀ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਅਸੈਸਮੈਂਟ ਸਰਵਿਸ ਆਫ ਕੈਨੇਡਾ, ਇਹ ਅਗਲੀ ਹੈ। ਅਤੇ ਇਸ ਤੋਂ ਇਲਾਵਾ ਲਾਸਟ ਕੰਪੈਰੇਟਿਵ ਐਜੂਕੇਸ਼ਨ ਸਰਵਿਸ ਯੂਨੀਵਰਸਿਟੀ ਆਫ ਟੋਰਾਂਟੋ ਸਕੂਲ ਆਫ ਕੰਟੀਨਿਊਇੰਗ ਸਟੱਡੀਜ਼। ਤਾਂ ਟੋਟਲ ਵੈਸਟ ਤੋਂ ਇਲਾਵਾ, ਵਰਲਡ ਐਜੂਕੇਸ਼ਨ ਸਰਵਿਸਿਜ਼ ਤੋਂ ਇਲਾਵਾ, ਇੰਟਰਨੈਸ਼ਨਲ ਕੁਆਲੀਫਿਕੇਸ਼ਨ ਅਸੈਸਮੈਂਟ ਸਰਵਿਸਿਜ਼ ਆਈਕਾਸ, ICES ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਐਵੈਲੂਏਸ਼ਨ ਸਰਵਿਸ ਅਤੇ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਅਸੈਸਮੈਂਟ ਸਰਵਿਸ ਅਤੇ ਕੰਪੈਰੇਟਿਵ ਐਜੂਕੇਸ਼ਨ ਸਰਵਿਸ। ਤਾਂ ਟੋਟਲ 5 ਅਦਾਰੇ ਹੈਗੇ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਅਵੈਲੂਏਟ ਮੁਲਾਂਕਣ ਕਰਦੇ ਹੈਗੇ ਕਿ ਉਹਨਾਂ ਦੀ ਜਿਹੜੀ ਸਟੱਡੀ ਹੈ, ਖਾਸ ਕਰ ਅਕੈਡਮਿਕ ਸਟੱਡੀ, ਉਹ ਕੀ ਕੈਨੇਡਾ ਦੇ ਬਰਾਬਰ ਹੈਗੀ ਜਾਂ ਨਹੀਂ। ਅਤੇ ਬੇਸਿਕਲੀ ਵੈਸ ਕੀ ਚੀਜ਼ ਹੈ ਉਹ ਮੈਂ ਤੁਹਾਨੂੰ ਸਮਝਾਉਂਦਾ ਹੈਗਾ। ਵੈਸ ਕੀ ਚੀਜ਼ ਹੈ ਤਾਂ ਆਪਾਂ ਹੁਣੀ ਦੇਖਿਆ ਕਿ ਵੈਸ ਦਾ ਮਤਲਬ ਹੈ ਵਰਲਡ ਐਜੂਕੇਸ਼ਨ ਸਰਵਿਸਿਜ਼। ਇਟ ਇਜ਼ ਨਾਨ ਗੌਰਮੈਂਟ ਆਰਗੇਨਾਈਜੇਸ਼ਨ। ਇਹ ਨਾਨ ਗੌਰਮੈਂਟ ਆਰਗੇਨਾਈਜੇਸ਼ਨ ਹੈ। ਇਹ ਕੈਨੇਡਾ ਨੂੰ ਰਿਪਰੈਜ਼ੈਂਟ ਕਰਦੀ ਜ਼ਰੂਰ ਹੈ, ਮਗਰ ਕੈਨੇਡਾ ਗੌਰਮੈਂਟ ਨਹੀਂ ਹੈ ਇਹ। that provide credential evaluations for international student planning to study or work in US or Canada. Its office is in Toronto as well as in New York. New York ਤੇ ਟੋਰਾਂਟੋ ਦੋਨਾਂ ਵਿੱਚ ਹੈ। ਹੁਣ ਸਵਾਲ ਉੱਠਦਾ ਹੈ, what can a WES evaluation do for you? ਤੁਹਾਡੇ ਵਾਸਤੇ WES evaluation ਕੀ ਕਰੇਗੀ? WES evaluation is your passport to education and employment. ਬਹੁਤੀਆਂ ਜਿਹੜੀਆਂ ਬਾਹਰ ਦੀ ਯੂਨੀਵਰਸਿਟੀਆਂ ਹੈ ਉਹ ਐਡਮਿਸ਼ਨ ਦੇਣ ਤੋਂ ਪਹਿਲਾਂ ਵੈਸ ਜਾਂ ECA ਮੰਗਦੀਆਂ, ਜਾਂ ਉੱਧਰ ਵਰਕ ਪਰਮਿਟ ਲੈਣਾ, ਇੰਪਲਾਇਮੈਂਟ, ਜਾਂ ਜਿਹੜਾ ਤੁਸੀਂ PNP ਪ੍ਰੋਗਰਾਮ 'ਚ ਜਾਣਾ ਜਾਂ ਐਕਸਪ੍ਰੈਸ ਐਂਟਰੀ 'ਚ ਜਾਣਾ। ਵੈਦਰ ਯੂ ਵਾਂਟ ਟੂ ਕੰਟੀਨਿਊ ਯੂਅਰ ਐਜੂਕੇਸ਼ਨ, ਸੀਕ ਪ੍ਰੋਫੈਸ਼ਨਲ ਲਾਇਸੈਂਸ, ਅਗਰ ਤੁਹਾਨੂੰ ਕੋਈ ਰੈਗੂਲੇਟਰੀ ਬਾਡੀ ਦਾ ਲਾਇਸੈਂਸ ਚਾਹੀਦਾ ਜਾਂ ਇੰਪਲਾਇਮੈਂਟ ਚਾਹੀਦੀ ਹੈ US ਕੈਨੇਡਾ 'ਚ, ਤਾਂ ਵੈਸ ਵੈਲੂਏਸ਼ਨ ਮੇਕ ਸ਼ਿਓਰ ਦੈਟ ਯੂਅਰ ਇੰਟਰਨੈਸ਼ਨਲ ਅਕੈਡਮੀ, ਜਿਹੜੇ ਤੁਹਾਡੇ ਇੰਟਰਨੈਸ਼ਨਲ ਅਕੈਡਮਿਕ ਕੁਆਲੀਫਿਕੇਸ਼ਨ ਹੈ ਕ੍ਰੈਡੈਂਸ਼ੀਅਲ ਆਰ ਰੈਕੋਗਨਾਈਜ਼ਡ ਐਂਡ ਇਕੁਅਲੈਂਟ ਟੂ ਦਾ ਕੈਨੇਡਾ। ਹੁਣ ਉਹ ਕਿੰਨੇ ਇਕੁਅਲੈਂਟ ਹੈ? ਇੰਡੀਆ ਦੀ 15 ਦੀ ਸਟੱਡੀ ਉੱਧਰ ਦੀ 14 ਦੇ ਬਰਾਬਰ ਹੈ, 13 ਦੇ ਬਰਾਬਰ ਹੈ, ਕਿੰਨੀ ਹੈ? 18 ਜੂਨ 2019 ਤੋਂ ਬਾਅਦ ਪੋਸਟ ਸੈਕੰਡਰੀ ਡਿਪਲੋਮਾ ਦੀ ਇੱਕ ਸ਼ਰਤ ਰੱਖ ਦਿੱਤੀ ਗਈ ਨੈਣੀ ਕੋਰਸ ਵਾਸਤੇ। ਤਾਂ ਪੋਸਟ ਸੈਕੰਡਰੀ ਡਿਪਲੋਮਾ ਤੋਂ ਭਾਵ ਹੈ ਕੋਈ ਵੀ ਸਟੱਡੀ ਜਿਹੜੀ 1 ਈਅਰ ਦੀ ਹੈਗੀ 12ਵੀਂ ਤੋਂ ਬਾਅਦ। ਤਾਂ BA ਵੀ ਪੋਸਟ ਸੈਕੰਡਰੀ ਡਿਗਰੀ ਹੈ, BCom ਵੀ ਹੈ, ETT ਵੀ ਹੈ, ANM ਵੀ ਹੈ, GNM ਵੀ ਹੈ, ਹੈਲਥ ਐਂਡ ਨਿਊਟ੍ਰੀਸ਼ਨ ਵੀ ਹੈ, ਹੈਲਥ ਨਰਸਿੰਗ ਅਸਿਸਟੈਂਟ ਵੀ ਹੈ। ਤਾਂ ਹਜ਼ਾਰਾਂ ਹੀ ਕੋਰਸ ਹੈ। ਅਤੇ ਹੁਣ ਇਹ ਸਵਾਲ ਇਹ ਉੱਠਦਾ ਕਿ ਕੈਨੇਡਾ ਉਸ ਨੂੰ ਮੰਨੇਗਾ ਜਾਂ ਨਹੀਂ। ਅਸੀਂ UGC ਨੂੰ ਚਿੱਠੀ ਪਾਈ, ਕੱਲ੍ਹ ਹੀ UGC ਦੀ ਚਿੱਠੀ ਦਾ ਜਵਾਬ ਆਇਆ ਕਿ ਕੈਨੇਡਾ ਜਾਂ USA ਸਾਡੀ ਕਿਸੇ ਡਿਗਰੀ ਨੂੰ ਮੰਨਣ ਨਾ ਮੰਨਣ, ਇਹ UGC ਦੇ ਕਾਰਜ ਖੇਤਰ ਵਿੱਚ ਨਹੀਂ ਆਉਂਦਾ ਹੈਗਾ। ਜਦੋਂ ਵੀ ਆਪ ਜੀ ਨੈਣੀ ਵੀਜ਼ਾ ਵਰਕ ਪਰਮਿਟ ਉੱਪਰ ਜਾਣਾ ਹੋਵੇ ਤਾਂ ਆਪਣੀ ਵਿੱਦਿਆ ਐਜੂਕੇਸ਼ਨ ਨੂੰ ECA ਜਾਂ ਐਵੈਲੂਏਟ ਕਰਵਾਓ। ECA ਤੋਂ ਭਾਵ ਹੈ ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ। ਇਹ ਤੁਸੀਂ ਅੱਜ ਦੀ ਡੇਟ ਵਿੱਚ ਔਨਲਾਈਨ ਵੀ ਕਰ ਸਕਦੇ ਹੋ। COVID-19 ਦੌਰਾਨ ਆਪ ਜੀ ਨੂੰ ਬਾਹਰ ਨਾ ਜਾਣਾ ਪਏ ਤਾਂ ਬਹੁਤੇ ਕਾਲਜ ਯੂਨੀਵਰਸਿਟੀਆਂ ਔਨਲਾਈਨ ਟਰਾਂਸਕ੍ਰਿਪਟ ਫੀਸ ਲੈ ਕੇ ਇਹ ਕਰ ਦਿੰਦੇ ਹਨ। ਕੁਛ ਯੂਨੀਵਰਸਿਟੀਆਂ ਜਿਵੇਂ ਦਿੱਲੀ ਯੂਨੀਵਰਸਿਟੀ ਹੈ, ਉਹ ਜਦੋਂ ਟਰਾਂਸਕ੍ਰਿਪਟ ਤੁਸੀਂ ਉਹਨਾਂ ਤੋਂ ਲੈ ਕੇ ਪੋਸਟ ਕਰਦੇ ਹੈਗੇ ਕੈਨੇਡਾ, ਤਾਂ ਉਸ ਤੋਂ ਬਾਅਦ ਉਹਦੀ ਵੈਰੀਫਿਕੇਸ਼ਨ ਆਉਂਦੀ ਹੈ, ਉਹਦੇ ਵੀ ਪੈਸੇ ਲੈਂਦੀਆਂ ਹੈਗੀਆਂ। ਯਾਦ ਰਹੇ ਕਿ ਵਿੱਦਿਆ 2 ਤਰ੍ਹਾਂ ਦੀ ਹੁੰਦੀ ਹੈ, ਵੋਕੇਸ਼ਨਲ ਕਿੱਤਾ ਮੁਖੀ ਸੈਲਫ ਇੰਪਲਾਇਮੈਂਟ ਜਿਵੇਂ ਨੈਣੀ ਕੋਰਸ, ਅਤੇ ਅਕੈਡਮਿਕ ਜਿਵੇਂ ਕਿ 10ਵੀਂ 12ਵੀਂ, ਜਿਵੇਂ ਕਿ 13ਵੀਂ BA BCom MBA B.Ed PhD ETT ਹੈਲਥ ਸੈਂਟਰੀ ਇੰਸਪੈਕਟਰ ਆਪਰੇਸ਼ਨ ਥੀਏਟਰ। ਇਲਾਵਾ ਵੋਕੇਸ਼ਨਲ ਕੋਰਸ ਦੀ ECA ਨਹੀਂ ਕਰਵਾਉਣੀ ਹੁੰਦੀ ਅਤੇ ਨਾ ਹੀ ਹੋਵੇਗੀ ਜਿਵੇਂ ਕਿ ਨੈਣੀ ਕੋਰਸ ਦੀ, ਕਿਉਂਕਿ ਇਹ ਵੈਸ ਤੇ ECA ਦੀ ਸਾਰੀ ਆਰਗੇਨਾਈਜੇਸ਼ਨ ਨੇ ਲਿਖਿਆ ਹੋਇਆ ਕਿ ਅਸੀਂ ਸਿਰਫ ਐਵੈਲੂਏਸ਼ਨ ਕਾਹਦੀ ਕਰਦੇ ਹਾਂ? ਅਕੈਡਮਿਕ ਕੁਆਲੀਫਿਕੇਸ਼ਨ ਦੀ, ਯਾਨੀ ਕਿ 10ਵੀਂ 12ਵੀਂ
ਤੋਂ ਇਲਾਵਾ BA BCom BEd MBA ਦੀ। ਤਾਂ ਜਿਹੜਾ ਵੀ ਨੈਣੀ ਦਾ ਸਟੂਡੈਂਟ ਹੈ ਉਹ ਜਿਹੜੀ ਆਪਣੀ ਅਵੈਲੂਏਸ਼ਨ ਉਹਨੇ ਕਰਵਾਉਣੀ ਹੈ ਉਹ ਕਿਆਦੀ ਕਰਾਵੇ, ਜਿਹੜੀ ਉਹਦੀ ਮੇਨ ਤੁਰ ਐਜੂਕੇਸ਼ਨ ਆ ਉਹਦੀ ਕਰਾਵੇ, 13ਵੀਂ ਦੀ ਕਰਾਵੇ ਜਾਂ BA ਦੀ ਜਾਂ BCom ਦੀ ਜਾਂ BSc ਨਰਸਿੰਗ ਦੀ ਜਾਂ MSc ਨਰਸਿੰਗ ਦੀ, MBA PhD ਦੀ, ਜਿਹਦੇ ਬੇਸ 'ਤੇ ਉਹਨੇ ਨੈਣੀ ਦਾ ਕੀਤਾ ਹੈਗਾ। ਆਪ ਜੀ ਦਾ ਵਿੱਦਿਆ ਸਿਰਫ ਅਕੈਡਮਿਕ ਹੀ ECA ਕਰਵਾਉਣੀ ਹੈ, ਨਾ ਕਿ ਵੋਕੇਸ਼ਨਲ, ਜਿਵੇਂ ਕਿ ਨੈਣੀ ਕੋਰਸ, ਜਿਵੇਂ ਕਿ ਬਿਊਟੀਸ਼ੀਅਨ ਕੋਰਸ, ਜਿਵੇਂ ਕਿ ਕਾਸਮੈਟੋਲੋਜੀ ਕੋਰਸ, ਜਿਵੇਂ ਕਿ ਕਿਤੇ ਸੇਵਿੰਗ ਦਾ, ਐਮਬਰਾਇਡਰੀ ਦਾ ਜਾਂ ਕੁੱਕਰੀ ਦਾ ਕੰਮ ਸਿੱਖਿਆ ਤਾਂ ਉਹਦੀ ਨਹੀਂ ਹੋਣ ਲੱਗੀ ਅਤੇ ਨਾ ਹੀ ਕਰਵਾਉਣੀ ਹੈ। ਕਿਉਂਕਿ ਵੈਬਸਾਈਟ ਵੈਸੇ ਦੀ ਸਾਫ਼ ਲਿਖਿਆ ਹੈ ਕਿ ਟ੍ਰੇਡ ਨੂੰ, ITI ਨੂੰ, ਇਲੈਕਟ੍ਰੀਸ਼ੀਅਨ ਪਲੰਬਰ ਨੂੰ, ਆਕੂਪੇਸ਼ਨਲ ਹੱਥੀਂ ਕੰਮ ਦੇ ਅਤੇ ਵੋਕੇਸ਼ਨਲ ਕੋਰਸ ਦੀ ECA ਉਹ ਨਹੀਂ ਕਰਦੇ ਅਤੇ ਨਾ ਹੀ ਕਰਾਉਣੀ ਹੈ ਅਤੇ ਨਾ ਹੀ ਜ਼ਰੂਰਤ ਹੁੰਦੀ ਹੈ। ECA ਜਾਂ ਵੈਸੇ ਤੁਸੀਂ ਆਪ ਜੀ ਦੀ ਅਕੈਡਮਿਕ ਕੁਆਲੀਫਿਕੇਸ਼ਨ ਦੀ ਕਰਨਾ ਹੁੰਦਾ ਹੈ। ਬਹੁਤੇ ਭਾਰਤੀ ਖਾਸ ਕਰ ਲੜਕੀਆਂ ਸਿੰਗਾਪੁਰ ਜਾਂ ਸਾਈਪਰਸ ਡੋਮੈਸਟਿਕ ਵਰਕਰ ਦਾ ਕੰਮ ਕਰਨ ਲਈ ਗਈਆਂ ਹੋਈਆਂ ਹਨ, ਪਰ ਉਹ +2 ਜਾਂ 10th ਪਾਸ ਹਨ। ਉਹ ਏਜੰਟ ਅਤੇ ਫੇਕ ਨੈਣੀ ਇੰਸਟੀਚਿਊਟ ਦੇ ਕਹਿਣ ਉੱਪਰ ਬੈਕਡੇਟ ਜਾਂ ਫਾਸਟ ਟਰੈਕ BA ਜਾਂ BCom ਜਾਂ ਕੁਛ ਹੋਰ ਇੰਡੀਆ ਦੇ ਫੋਨ ਕਰਕੇ ਮੰਗਵਾਉਂਦੇ ਹਨ, ਤਾਂ ਉਹ ਪੋਸਟ ਸੈਕੰਡਰੀ ਡਿਪਲੋਮਾ ਨੂੰ ਅਰੇਂਜ ਕਰਵਾ ਰਹੇ ਹਨ। ਉਹਨਾਂ ਦੇ ਧਿਆਨ ਹਿੱਤ ਇੱਕ ਐਡਵਾਈਜ਼ਰੀ ਹੈ ਤੁਹਾਡੇ ਵਾਸਤੇ, ਮੁਫਤ ਪੈਸਾ ਨਹੀਂ ਹੈ ਇਹਦਾ, ਕਿ ਇਸ ਤਰ੍ਹਾਂ ਦਾ ਆਪਣੇ ਹੱਥੀਂ ਆਪਣੇ ਪ੍ਰੋਫਾਈਲ ਨੂੰ ਬਲੈਕ ਲਿਸਟ ਕਰਵਾਉਣਾ ਹੈ। ਹੱਥ ਜੋੜ ਕੇ ਬੇਨਤੀ ਹੈ ਉਹਨਾਂ ਬੱਚਿਆਂ ਨੂੰ ਕਿ ਇਹੋ ਜਿਹਾ ਨਾ ਕਰੋ। ਕੈਨੇਡਾ 'ਚ 80% ਪੰਜਾਬੀ ਹਨ। ਉਹਨਾਂ ਦੇ ਨੋਟਿਸ ਇਹ ਹੈ ਕਿ ਇਸ ਕਾਰਨ ਲੋਕ ਅਸਮਾਨ ਤੋਂ ਗਿਰੇ ਅਤੇ ਖਜੂਰ 'ਚ ਲਟਕ ਜਾਏਗੀ, ਉਦਾਹਰਨ ਸੱਚੀ ਹੋ ਜਾਏਗੀ। ਜਿਹੜੇ ਬੱਚੇ ਸਾਈਪਰਸ ਜਾਂ ਕਿਤੇ ਵੀ ਗਏ ਹਨ, ਘੱਟ ਪੜ੍ਹੇ ਲਿਖੇ ਹਨ, ਉਹ ਆਪਣੀ ਕੁਆਲੀਫਿਕੇਸ਼ਨ ਨੂੰ ਵਧਾਉਣ ਲਈ ਬੈਕਡੇਟ ਜਿਹੜੀ ਐਂਟਰੀ ਕਰਵਾ ਰਹੇ ਹਨ, ਉਹਦਾ ਕੈਨੇਡਾ ਨੂੰ, ਅੰਬੈਸੀ ਨੂੰ ਪੂਰਾ ਗਿਆਨ ਹੈ। ਤਾਂ ਇਸ ਕਰਕੇ ਇਹੋ ਜਿਹਾ ਨਾ ਕਰੋ। ਆਪਣੇ ਹੀ ਦੇਸ਼ ਵਿੱਚ ਸਾਈਪਰਸ ਜਾਂ ਤੁਹਾਡੇ ਸਿੰਗਾਪੁਰ ਵਿੱਚ ਕੋਈ 1 ਈਅਰ ਪੋਸਟ ਸੈਕੰਡਰੀ ਹੈਗਾ ਤਾਂ ਉੱਥੇ ਸਰਚ ਕਰੋ ਗੂਗਲ ਸਰਚ ਦੇ ਉੱਪਰ, ਪਰ ਕਤਈ ਵੀ ਇਹ ਗਲਤੀ ਨਾ ਕਰਨਾ, ਉਹਦੇ ਨਾਲ ਤੁਹਾਡਾ ਪੈਸਾ ਡੁੱਬ ਜਾਏਗਾ ਅਤੇ ECA ਵੀ ਜਿਹੜੀ ਹੈ ਉਹ ਕਿੱਥੋਂ ਹੋਏਗੀ ਜਦੋਂ ਤੁਸੀਂ ਇਹੋ ਜਿਹੀ ਚੀਜ਼ ਲਈ ਹੈਗੀ। ਅੱਛਾ ਲੱਗਿਆ ਤਾਂ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ ਸਾਡਾ ਚੈਨਲ ਬਾਬਾ ਦੀਪ ਸਿੰਘ ਇੰਸਟੀਚਿਊਟ ਚੈਨਲ। ਕੋਈ ਇਸ ਬਾਰੇ ਜਾਣਕਾਰੀ ਚਾਹੀਦੀ ਹੈਗੀ ਤਾਂ WhatsApp ਕਰੋ, ਪਲੀਜ਼ ਕਾਲ ਨਾ ਕਰੋ, 9872468540 ਅਤੇ ਵੈਬਸਾਈਟ ਜ਼ਰੂਰ ਦੇਖੋ www.paramedicalindia.com। ਧੰਨਵਾਦ ਦੋਸਤੋ। ਬਾਬਾ ਦੀਪ ਸਿੰਘ ਇੰਡੋ ਅਮੈਰੀਕਨ ਇੰਸਟੀਚਿਊਟ, ਸਰਹੰਦ ਰੋਡ, ਕਮਲ ਕਲੋਨੀ, ਗਲੀ ਨੰਬਰ 4, ਪਟਿਆਲਾ ਵਿੱਚ ਸਥਿਤ ਹੈ। ਸਾਡੀ ਕਿਤੇ ਵੀ ਕੋਈ ਵੀ ਬ੍ਰਾਂਚ ਨਹੀਂ ਹੈ, ਨਾ ਅਮਰੀਕਾ, ਨਾ ਕੈਨੇਡਾ, ਨਾ ਆਸਟ੍ਰੇਲੀਆ, ਨਾ ਭਾਰਤ ਦੇ ਕਿਸੇ ਵੀ ਦੇਸ਼ ਵਿੱਚ। ਧੰਨਵਾਦ।